ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਧੰਨ ਧੰਨ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ 1984 ਦੇ ਵਿੱਚ ਅੰਮ੍ਰਿਤਸਰ ਭਾਰਤੀ ਫੌਜ ਵੱਲੋਂ ਅਟੈਕ ਕੀਤਾ ਗਿਆ ਸੀਗਾ, ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਪੰਜਾਬ ਸੀਗਾ ਨਾ, ਪੂਰੀ ਤਰ੍ਹਾਂ ਹਿੰਦੁਸਤਾਨ ਦੇ ਨਾਲੋਂ ਅਲੱਗ ਕਰ ਦਿੱਤਾ ਗਿਆ ਸੀ। ਔਰ ਜਿੱਥੇ ਦਰਬਾਰ ਸਾਹਿਬ ਪੂਰੀ ਤਰ੍ਹਾਂ ਫੌਜ ਨੇ ਘੇਰਿਆ ਸੀਗਾ, ਉੱਥੇ ਪਿੰਡਾਂ ਦੇ ਵਿੱਚ ਵੀ ਫੌਜ ਨੇ ਆਪੋ ਆਪਣੇ ਜਿਹੜੇ ਜਗ੍ਹਾ ਦੇ ਉੱਤੇ ਆਪੋ ਆਪਣੇ ਮੋਰਚੇ ਲਾਏ ਹੋਏ ਸੀ। ਔਰ ਉਹਨਾਂ ਟਾਈਮਾਂ ਦੇ ਵਿੱਚ ਅੰਮ੍ਰਿਤਸਰ ਦਾ ਇੱਕ ਜ਼ਿਲ੍ਹੇ ਦਾ ਪਿੰਡ ਜਿਹਦਾ ਨਾਂ ਸੀਗਾ ਗੱਗੋ ਮਹਿਲ, ਇਹ ਜਿਹੜਾ ਗੱਗੋ ਮਹਿਲ ਪਿੰਡ ਸੀਗਾ ਨਾ, ਇਸ ਤੋਂ ਕੁਛ ਸੰਗਤ ਇੱਥੇ ਮਹਾਂਪੁਰਖਾਂ ਦੇ ਪਾਸ ਨਿੱਕੇ ਘੁੰਮਣ ਜਦ ਆਈ ਸੀਗੀ ਉਹਨਾਂ ਟਾਈਮਾਂ ਦੇ ਵਿੱਚ, ਇਹਨਾਂ ਨੇ ਆ ਕੇ ਬੇਨਤੀ ਕੀਤੀ ਬਾਬਾ ਜੀ ਦੇ ਪਾਸ ਕਿ ਮਹਾਂਪੁਰਖੋ, ਅਸੀਂ ਨਾ ਪਿੰਡ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਅਤੇ ਇਸ ਕਰਕੇ ਤੁਸੀਂ ਜ਼ਰੂਰ ਸਾਡੇ ਨਗਰ ਦੇ ਵਿੱਚ ਦਰਸ਼ਨ ਦਿਓ। ਪਰ ਮਹਾਂਪੁਰਖਾਂ ਨੇ ਪਹਿਲਾਂ ਇਹ ਜਿਹੜੀ ਸੰਗਤ ਸੀਗੀ ਇਹਨਾਂ ਨੂੰ ਨਾ ਕਰ ਦਿੱਤੀ। ਜਦੋਂ ਨਾ ਕੀਤੀ, ਪਰ ਸੰਗਤ ਨੇ ਬਹੁਤ ਅਧੀਨਗੀ ਦੇ ਨਾਲ ਜਦ ਬਾਰ-ਬਾਰ ਬੇਨਤੀ ਕੀਤੀ ਤੇ ਫਿਰ ਬਾਬਾ ਜੀ ਨੇ ਹਾਂ ਕਰ ਦਿੱਤੀ। ਕਹਿਣ ਲੱਗੇ ਚਲੋ ਠੀਕ ਆ, ਅਸੀਂ ਜ਼ਰੂਰ ਪਹੁੰਚਾਂਗੇ। ਉਸ ਤੋਂ ਬਾਅਦ ਇਹ ਜਿਹੜੀ ਗੱਗੋ ਮਹਿਲ ਵਾਲੀ ਸੰਗਤ ਸੀ, ਬੜੀ ਖੁਸ਼ੀ ਆਪਣੇ ਨਗਰ ਲੌਟ ਗਈ ਸੀ। ਔਰ ਜਦੋਂ ਉਹ ਦਿਨ ਆਇਆ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਸੀਗਾ, ਅਚਨਚੇਤ ਇੱਕ ਕੋਈ ਨਵੇਂ ਟਰੱਕ ਦਾ ਮਾਲਕ ਅਤੇ ਉਹਦੇ ਵਿੱਚ 2-4 ਜਿਹੜੇ ਜੀ ਹੋਰ ਸੀਗੇ, ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦ ਦਰਸ਼ਨ ਕਰਨ ਆਏ, ਇਹਨਾਂ ਨੇ ਨਾ ਬਾਹਰ ਟਰੱਕ ਖੜ੍ਹਾ ਕੀਤਾ ਅਤੇ ਆ ਕੇ ਨਾ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਨਾਲ ਬੇਨਤੀ ਕੀਤੀ ਕਿ ਮਹਾਂਪੁਰਖ, ਅਸੀਂ ਨਵਾਂ ਟਰੱਕ ਖਰੀਦਿਆ ਹੈਗਾ ਅਤੇ ਇਸ ਕਰਕੇ ਅਸੀਂ ਆਪ ਜੀ ਤੋਂ ਇਹ ਅਸੀਸ ਲੈਣ ਆਏ ਹਾਂ ਕਿ ਜਿਹੜਾ ਸਾਡਾ ਟਰੱਕ ਵਾਹਨ ਇਹਦਾ ਕੰਮ ਕਰ ਵਧੀਆ ਚੱਲੇ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਨੇ ਉਹ ਜਿਹੜੇ ਬੇਨਤੀ ਕਰਨ ਵਾਲਾ ਸੱਜਣ ਸੀਗਾ ਉਹਦੇ ਵੱਲ ਤੱਕ ਕੇ ਕਹਿਣ ਲੱਗਾ ਕਿ ਭਾਈ ਕੀ ਆਨੇ ਆ। ਤਾਂ ਉਹਨੇ ਦੱਸਿਆ ਕਿ ਮਹਾਂਪੁਰਖ, ਅਸੀਂ ਨਾ ਨਵਾਂ ਟਰੱਕ ਲਿਆਂਦਾ ਅਤੇ ਤੁਸੀਂ ਸਾਨੂੰ ਆਪਣੀ ਸੀਸ ਦਿਓ ਕਿ ਸਾਡਾ ਟਰੱਕ ਨਾ ਵਧੀਆ ਚੱਲੇ, ਵਧੀਆ ਕਾਰੋਬਾਰ ਕਰੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਭਾਈ ਟਰੱਕ ਦਾ ਮਾਲਕ ਕੌਣ ਆ? ਅਤੇ ਜਿਹੜੇ ਸੱਜਣ ਵਿੱਚ ਸੰਗਤ ਦੇ ਬੈਠੇ ਸੀ ਉਹ ਹੱਥ ਜੋੜ ਕੇ ਖੜ੍ਹ ਗਏ। ਬਾਬਾ ਜੀ ਕਹਿਣ ਲੱਗੇ, ਇੱਧਰ ਆ। ਉਹ ਜਿਹੜਾ ਟਰੱਕ ਦਾ ਮਾਲਕ ਸੀਗਾ ਜਦੋਂ ਮਹਾਂਪੁਰਖਾਂ ਦੇ ਪਾਸ ਆ ਕੇ ਬੈਠਾ ਅਤੇ ਬਾਬਾ ਜੀ ਕਹਿਣ ਲੱਗੇ ਵੀ ਇਹ ਦੱਸ ਟਰੱਕ ਕਿਹਦਾ ਹੈਗਾ? ਅਤੇ ਉਹ ਕਹਿਣ ਲੱਗਾ, ਬਾਬਾ ਜੀ ਟਰੱਕ ਤਾਂ ਆਪ ਜੀ ਦਾ ਹੀ ਹੈਗਾ। ਜਦ ਇੰਨੀ ਗੱਲ ਹੋਈ ਅਤੇ ਮਹਾਂਪੁਰਖ ਕਹਿਣ ਲੱਗੇ, ਅੱਛਾ ਚੱਲ ਫਿਰ ਇੱਦਾਂ ਕਰ, ਅਗਰ ਸਾਡਾ ਹੈਗਾ ਤਾਂ ਫਿਰ ਦੱਸ ਤੂੰ ਸਾਡੀ ਗੱਲ ਮੰਨੂਗਾ? ਉਹ ਕਹਿਣ ਲੱਗਾ, ਜੀ ਕਿਉਂ ਨਹੀਂ, ਜਿੱਧਰ ਤੁਸੀਂ ਕਹੋਗੇ, ਆਪ ਦੀ ਸੇਵਾ ਵਿੱਚ ਹੀ ਹੈ, ਜਿੱਧਰ ਕਹੋਗੇ ਮੈਂ ਟਰੱਕ ਲੈ ਜਾਊਂ। ਬਾਬਾ ਜੀ ਕਹਿਣ ਲੱਗੇ, ਚੱਲ ਫਿਰ ਠੀਕ ਆ, ਅਸੀਂ ਹੈ ਨਾ ਗੱਗੋ ਮਹਿਲ ਪਿੰਡ ਜਾਣਾ ਹੈਗਾ ਅਤੇ ਤੂੰ ਆਪਣਾ ਟਰੱਕ ਸਟਾਰਟ ਕਰ ਅਤੇ ਬਾਕੀ ਜਿਹੜੀ ਨਾਲ ਦੀ ਸੰਗਤ ਹੈ ਜਿੰਨੀ ਟਰੱਕ 'ਚ ਬੈਠ ਸਕਦੀ ਬੈਠ ਜਾਵੇ ਅਤੇ ਅਸੀਂ ਉੱਥੋਂ ਜਾ ਕੇ ਫਿਰ ਵਾਪਸ ਆ ਜਾਣਾ। ਉਹ ਜਿਹੜਾ ਟਰੱਕ ਮਾਲਕ ਸੀ ਬੜਾ ਖੁਸ਼ ਹੋਇਆ। ਮਹਾਂਪੁਰਖਾਂ ਦਾ ਜਿਹੜਾ ਤਖਤ ਭੋਜ ਸੀ ਉਹ ਫਿਰ ਟਰੱਕ 'ਚ ਰੱਖ ਦਿੱਤਾ ਗਿਆ। ਬਾਬਾ ਜੀ ਟਰੱਕ ਦੇ ਵਿੱਚ ਸਵਾਰ ਹੋ ਗਏ। ਬਾਕੀ ਜਿਹੜੀ ਉੱਥੇ ਸੰਗਤ ਬੈਠੀ ਸੀਗੀ, ਜਿੰਨੀ ਵੀ ਟਰੱਕ 'ਚ ਬੈਠ ਸਕਦੀ, ਉਹ ਵੀ ਨਾਲ ਜਿਹੜੀ ਸੀਗੀ ਉਹ ਮਹਾਂਪੁਰਖਾਂ ਦੇ ਬੈਠ ਗਈ। ਇਸ ਤਰ੍ਹਾਂ ਇਹ ਟਰੱਕ ਜਿਹੜਾ ਸੀਗਾ ਇਹ ਫਿਰ ਗੱਗੋ ਮਹਿਲ ਵੱਲ ਨੂੰ ਰਵਾਨਾ ਹੋ ਗਿਆ। ਜਦ ਇਹ ਦਿਨ ਨੂੰ ਰਵਾਨਾ ਹੋਇਆ, ਸੰਗਤ ਨੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਕਈ ਸੰਗਤ ਦੇ ਪ੍ਰੇਮੀ ਧੰਨ ਗੁਰੂ ਨਾਨਕ ਦੇ ਜੈਕਾਰੇ ਵਿੱਚ ਹੀ ਜਿਹੜੇ ਉਹ ਲਾਉਣ ਲੱਗ ਪਏ। ਜਦ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੈਕਾਰੇ ਵਿੱਚ ਸੰਗਤ ਨੇ ਲਾਉਣੇ ਸ਼ੁਰੂ ਕੀਤੇ ਅਤੇ ਫਿਰ ਕੀ ਹੋਇਆ, ਅੱਗੇ ਜਦ ਟਰੱਕ ਜਿਹੜਾ ਸੀ ਆਪਣੀ ਸਪੀਡ 'ਚ ਜਾ ਰਿਹਾ ਸੀਗਾ, ਰਸਤੇ ਜਦੋਂ ਅਜਨਾਲਾ ਆਇਆ ਨਾ ਇਲਾਕਾ, ਅਜਨਾਲੇ ਵਿੱਚ ਇੱਕ ਫੌਜ ਦਾ ਨਾਕਾ ਲੱਗਾ ਹੋਇਆ ਸੀ, ਫੌਜ ਦੇ ਜਵਾਨਾਂ ਦਾ। ਇਹ ਜਿਹੜੇ ਫੌਜ ਦੇ ਜਵਾਨ ਸੀਗੇ, ਇਹਨਾਂ ਨੇ ਕੀ ਕੀਤਾ, ਹੱਥ ਦੇ ਕੇ ਜਿਹੜਾ ਟਰੱਕ ਸੀਗਾ ਰੋਕ ਲਿਆ। ਜਦ ਇਹ ਟਰੱਕ ਰੁਕਿਆ ਅਤੇ ਇੱਕ ਉਹਦੇ ਵਿੱਚੋਂ ਫੌਜ ਦੇ ਜਵਾਨ ਵਿੱਚੋਂ ਇੱਕ ਅਫਸਰ ਜਿਹੜਾ ਸੀਗਾ, ਇਹ ਸ਼ਬਦ ਸੁਣ ਕੇ ਸਾਰੀ ਸੰਗਤ ਨੂੰ ਕਹਿਣ ਲੱਗਾ ਕਿ ਤੁਸੀਂ ਤਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਵਾ ਰਹੇ ਆ ਅਤੇ ਲੱਗਦਾ ਹੈਗਾ ਕਿ ਤੁਸੀਂ ਇਸ ਪਾਕਿਸਤਾਨ ਦੇ ਬਾਰਡਰ ਦੇ ਥਾਣੀ ਪਾਕਿਸਤਾਨ ਜਾ ਰਹੇ ਆ। ਜਦ ਇੰਨੀ ਗੱਲ ਹੋਈ ਆ ਅਤੇ ਸਾਰੀ ਸੰਗਤ ਚੁੱਪ ਕਰ ਗਈ। ਅਤੇ ਉਹਨਾਂ ਨੇ ਕੀ ਕੀਤਾ, ਉਸ ਟਾਈਮ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੂੰ ਹੇਠਾਂ ਉਤਰਨ ਵਾਸਤੇ ਕਿਹਾ। ਉਹਨਾਂ ਕਿਹਾ ਕਿ ਅਸੀਂ ਸਭ ਦੀ ਤਲਾਸ਼ੀ ਲਵਾਂਗੇ। ਜਦ ਇੰਨੀ ਗੱਲ ਹੋਈ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਸਾਰੀ ਜਿਹੜੀ ਸੰਗਤ ਸੀਗੀ ਟਰੱਕ 'ਚੋਂ ਥੱਲੇ ਉਤਰਨ ਲੱਗ ਪਈ। ਜਦ ਟਰੱਕ 'ਚੋਂ ਥੱਲੇ ਉਤਰਨ ਲੱਗ ਪਈ, ਉਹਨਾਂ ਟਾਈਮਾਂ ਦੇ ਵਿੱਚ ਫਿਰ ਸਾਰੀ ਸੰਗਤ ਜਿਹੜੀ ਨਾਲ ਗਈ ਸੀ ਸ਼ਬਦ ਪੜ੍ਹਦੀ, ਉਹਨਾਂ ਨੂੰ ਇੱਕ ਲਾਈਨ 'ਚ ਖੜ੍ਹੇ ਕਰ ਦਿੱਤਾ ਫੌਜ ਵਾਲਿਆਂ ਨੇ ਅਤੇ ਨਾਲ ਇਹ ਵੀ ਕਹਿ ਦਿੱਤਾ ਕਿ ਇਸ ਤਰ੍ਹਾਂ ਕਰੋ, ਆਪਣੇ ਹੱਥ ਉੱਪਰ ਕਰ ਲਓ। ਸਾਰੀ ਸੰਗਤ ਦੇ ਜਿਹੜੇ ਵੀ ਮਾਈ ਭਾਈ ਪ੍ਰੇਮੀ ਸੀ ਸਭ ਜਿਹੜੇ ਹੱਥ ਉੱਪਰ ਕਰਕੇ ਫੌਜ ਦੇ ਮੂਹਰੇ ਖੜ੍ਹ ਗਏ। ਜਦ ਹੱਥ ਉੱਪਰ ਕਰਕੇ ਖੜ੍ਹ ਗਏ ਤਾਂ ਬਾਬਾ ਜੀ ਅੰਦਰ ਹੀ ਟਰੱਕ ਦੇ ਵਿੱਚ ਆਪਣੇ ਤਖਤ ਪੋਸ਼ 'ਤੇ ਬੈਠੇ ਹੋਏ ਆ। ਫਿਰ ਉਹ ਜਿਹੜਾ ਫੌਜ ਦਾ ਅਫਸਰ ਸੀਗਾ ਉਹਨੇ ਕੀਤਾ, ਟਰੱਕ ਦੇ ਵਿੱਚ ਝਾਤੀ ਮਾਰ ਕੇ ਕੀ ਦੇਖਿਆ ਕਿ ਇੱਕ ਬਜ਼ੁਰਗ ਬਾਬਾ ਜਿਹੜਾ ਹੈਗਾ ਤਖਤ ਪੋਸ਼ 'ਤੇ ਬੈਠਾ ਹੋਇਆ। ਅਤੇ ਉਸ ਅਫਸਰ ਨੇ ਜਿਹੜੀ ਕੱਢ ਕੇ ਕਿਹਾ ਕਿ ਭਾਈ ਤੂੰ ਵਿੱਚ ਕਾਹਤੇ ਬੈਠਾ, ਤੂੰ ਵੀ ਥੱਲੇ ਉਤਰ।
जद इन्नी गल हुई तो बाबा जी ने ਉਹਦਾ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਉਸੇ ਫੌਜੀ ਅਫਸਰ ਨੇ ਨਾਲ ਦੇ ਆਪਣੇ ਸੀਨੀਅਰ ਅਫਸਰ ਨੂੰ ਕਿਹਾ ਹੈਗਾ ਕਿ ਇੱਕ ਆਦਮੀ ਬੈਠਾ ਥੱਲੇ ਨਹੀਂ ਉਤਰਿਆ ਤਖਤ ਪੋਸ਼ 'ਤੇ। ਫਿਰ ਜਿਹੜਾ ਸੀਨੀਅਰ ਅਫਸਰ ਸੀ ਬੜਾ ਗੁੱਸੇ 'ਚ ਗਿਆ ਤੇ ਉਹ ਕਹਿਣ ਲੱਗਾ ਕਿ ਜਦ ਬਾਕੀ ਸਾਰੇ ਥੱਲੇ ਉਤਰ ਗਏ ਤੂੰ ਥੱਲੇ ਕਿਉਂ ਨਹੀਂ ਉਤਰਦਾ, ਤੂੰ ਕਦੇ ਮੰਜੇ 'ਤੇ ਬੈਠਾ, ਚੱਲ ਤੂੰ ਵੀ ਹੇਠਾਂ ਉਤਰ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਨੇ ਫਿਰ ਵੀ ਉਸਨੂੰ ਕੁਛ ਜਵਾਬ ਨਹੀਂ ਦਿੱਤਾ। ਜਦ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜੇ ਫੌਜ ਦੇ ਅਫਸਰ ਸੀਗੇ ਇਹਨਾਂ ਨੇ ਕੀ ਕੀਤਾ, ਆਪਸ ਵਿੱਚ ਸਲਾਹ ਕੀਤੀ ਕਿ ਇੱਦਾਂ ਕਰੋ ਜਿਹੜਾ ਫੌਜ ਦਾ ਮੇਨ ਕਮਾਂਡਰ ਹੈ ਨਾ ਉਹਨੂੰ ਬੁਲਾਵੋ ਅਤੇ ਉਹਨੂੰ ਦੱਸੋ ਕਿ ਇੱਥੋਂ ਕੁਛ ਜਿਹੜੇ ਆ ਸਿੱਖ ਉਹ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਜਿਹੜੇ ਪਾਕਿਸਤਾਨ ਵੱਲ ਨੂੰ ਜਾ ਰਹੇ ਆ, ਅਸੀਂ ਉਹਨਾਂ ਦਾ ਟਰੱਕ ਰੋਕ ਲਿਆ। ਇਹ ਟਰੱਕ ਦੇ ਵਿੱਚ ਜਿਹੜੇ ਵਿਅਕਤੀ ਸ਼ੱਕੀ ਹੈਗੇ ਆ, ਇਸ ਕਰਕੇ ਤੁਸੀਂ ਆਵੋ, ਆ ਕੇ ਇਹਨਾਂ ਦੀ ਜਾਂਚ ਕਰੋ ਅਤੇ ਸਾਨੂੰ ਵੀ ਦੱਸੋ ਕਿ ਅਸੀਂ ਕੀ ਕਰਨਾ ਹੈਗਾ। ਇਸ ਤਰ੍ਹਾਂ ਕਰਕੇ ਗੱਲ ਕਿ ਇਹ ਜਿਹੜੀ ਜਿੰਨੀ ਵੀ ਟਰੱਕ ਦੀ ਸੰਗਤ ਸੀ ਸਾਰੀ ਸੰਗਤ ਨੂੰ ਫੌਜ ਨੇ ਜਿਹੜਾ ਸੀਗਾ ਉਹਦੇ ਦੁਆਲੇ ਘੇਰਾ ਪਾ ਕੇ ਆਪਣੇ ਹਥਿਆਰ ਤਾਣ ਕੇ ਆਲੇ ਦੁਆਲੇ ਖੜ੍ਹ ਗਏ। ਜਦ ਖੜ੍ਹ ਗਏ ਉਸ ਤੋਂ ਬਾਅਦ ਫਿਰ ਫੌਜ ਦਾ ਕਮਾਂਡਰ ਆਪਣੀ ਗੱਡੀ ਰਾਹੀਂ ਅਤੇ ਨਾਲ ਹੋਰ 4-5 ਗੱਡੀਆਂ ਆਰਮੀ ਦੀਆਂ ਲੈ ਕੇ ਜਦ ਅਜਨਾਲੇ ਇਸ ਨਾਕੇ 'ਤੇ ਪਹੁੰਚਿਆ ਅਤੇ ਇਹਨੇ ਕੀ ਦੇਖਿਆ ਕਿ ਵਾਕਿਆ ਹੀ ਸੰਗਤ ਦੇ ਜਿਹੜੇ ਪ੍ਰੇਮੀ ਖੜ੍ਹੇ ਸੀ ਹੱਥ ਉੱਪਰ ਕਰਕੇ ਉਹਨਾਂ ਨੂੰ ਫੌਜ ਦੇ ਜਵਾਨਾਂ ਨੇ ਘੇਰ ਕੇ ਰੱਖਿਆ ਸੀਗਾ। ਅਤੇ ਇਹ ਜਿਹੜਾ ਮੇਨ ਕਮਾਂਡਰ ਅਫਸਰ ਸੀਗਾ ਇਹ ਦੇਖਣ ਨੂੰ ਜਿਹੜਾ ਸੀਗਾ ਇਹ ਹਿੰਦੂ ਲੱਗਦਾ ਸੀਗਾ ਪਰ ਸੀਗਾ ਪੰਜਾਬੀ, ਔਰ ਪੰਜਾਬੀ ਵੀ ਬੋਲਣੀ ਜਾਣਦਾ ਸੀ। ਔਰ ਇਹਨੇ ਆ ਕੇ ਕਿਹਾ ਵੀ ਹਾਂ ਟਰੱਕ ਦੇ ਅੰਦਰ ਕੌਣ, ਉਹ ਕਹਿਣ ਲੱਗੇ ਜੀ ਇੱਕ ਬਜ਼ੁਰਗ ਬੈਠਾ ਹੈਗਾ ਟਰੱਕ ਦੇ ਅੰਦਰ, ਹੇਠਾਂ ਨਹੀਂ ਉਤਰਦਾ। ਤਾਂ ਫਿਰ ਉਹ ਜਿਹੜਾ ਕਮਾਂਡਰ ਸੀਗਾ ਕਹਿਣ ਲੱਗਾ ਚੱਲ ਮੈਂ ਦੇਖਦਾ ਹੈਗਾ। ਉਸ ਤੋਂ ਬਾਅਦ ਕਿਉਂਕਿ ਟਰੱਕ ਜਿਹੜੀ ਬਾਡੀ ਉੱਚੀ ਸੀ ਇਸ ਕਰਕੇ ਥੱਲੇ ਟੇਬਲ ਰੱਖਿਆ ਗਿਆ ਪਿਛਲੇ ਪਾਸੇ, ਉਹਦੇ ਉੱਤੇ ਜਦ ਜਿਹੜਾ ਫੌਜੀ ਕਮਾਂਡਰ ਸੀਗਾ ਜਦ ਚੜ੍ਹ ਕੇ ਉੱਪਰ ਨੂੰ ਉਹਨੇ ਨਜ਼ਰ ਮਾਰੀ ਅਤੇ ਜਿਉਂ ਹੀ ਉਹਨੇ ਟਰੱਕ ਦੇ ਵਿੱਚ ਨਜ਼ਰ ਮਾਰੀ ਕੀ ਦੇਖਿਆ ਕਿ ਮਹਾਂਪੁਰਖ ਤਾਂ ਉਹਨੂੰ ਨਜ਼ਰ ਨਹੀਂ ਆਏ, ਪਰ ਤਖਤ ਪੋਸ਼ ਉੱਤੇ ਪ੍ਰਤੱਖ ਸ਼੍ਰੀ ਕ੍ਰਿਸ਼ਨ ਭਗਵਾਨ ਮਹਾਰਾਜ ਜੀ ਨੇ ਇਸ ਫੌਜੀ ਕਮਾਂਡਰ ਨੂੰ ਸਿੱਧੇ ਦਰਸ਼ਨ ਦਿੱਤੇ। ਜਦ ਪ੍ਰਤੱਖ ਦਰਸ਼ਨ ਦਿੱਤੇ ਅਤੇ ਜਿਹੜਾ ਫੌਜੀ ਕਮਾਂਡਰ ਸੀਗਾ ਉਹ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਦਾ ਹੱਕਾ ਬੱਕਾ ਹੋ ਗਿਆ। ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਇਹ ਦੇਖ ਕੇ, ਉਹ ਹੈਰਾਨ ਹੋ ਗਿਆ। ਤਕਰੀਬਨ 1-2 ਮਿੰਟ ਉਹ ਇਸੇ ਹੀ ਪ੍ਰਤੱਖ ਸੀਨ ਨੂੰ ਦੇਖਦਾ ਰਿਹਾ। ਜਦ ਦੇਖਦਾ ਰਿਹਾ ਉਸਨੂੰ ਕੁਛ ਨਹੀਂ ਸੁੱਝਿਆ, ਉਹਨੇ ਉਸੇ ਟਾਈਮ ਆਪਣਾ ਜਿਹੜਾ ਜੋੜਾ ਸੀਗਾ ਫਟਾਫਟ ਪੈਰਾਂ ਤੋਂ ਹੇਠਾਂ ਉਤਾਰਿਆ ਅਤੇ ਉਤਾਰਦੇ ਸਾਰ ਜਿਹੜਾ ਟਰੱਕ ਦੇ ਉੱਪਰ ਚੜ੍ਹ ਕੇ ਸਿੱਧਾ ਡੰਡੌਤ ਬੰਦਨਾ ਹੋ ਕੇ ਉਸ ਤਖਤ ਪੁਸ਼ ਦੇ ਅੱਗੇ ਲੇਟ ਗਿਆ। ਜਦ ਤਖਤ ਪੁਸ਼ ਦੇ ਅੱਗੇ ਲੇਟ ਗਿਆ ਉਸ ਤੋਂ ਬਾਅਦ ਉਸ ਕਮਾਂਡਰ ਨੇ ਜਿਉਂ ਹੀ ਜਦ ਆਪਣਾ ਮੂੰਹ ਉੱਪਰ ਨੂੰ ਚੱਕਿਆ ਤਾਂ ਕੀ ਦੇਖਿਆ, ਉਹ ਜਿਹੜਾ ਕ੍ਰਿਸ਼ਨ ਭਗਵਾਨ ਦਾ ਪ੍ਰਤੱਖ ਦਰਸ਼ਨ ਸੀਗਾ ਲੋਪ ਹੋ ਗਿਆ ਅਤੇ ਮੰਜੇ ਦੇ ਉੱਤੇ ਇੱਕ ਬਿਰਧ ਬਜ਼ੁਰਗ ਬੈਠੇ ਹੋਏ ਸੀ ਅਤੇ ਉਹਨਾਂ ਦੇ ਤਖਤ ਪੋਸ਼ ਦੇ ਨਾਲ ਇੱਕ ਸੋਟਾ ਸੀਗਾ। ਜਿਉਂ ਹੀ ਉਹ ਕਮਾਂਡਰ ਨੇ ਜਿਹੜੀ ਇਹ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਹਨੂੰ ਫਿਰ ਸਾਰੀ ਗੱਲ ਸਮਝ ਆ ਗਈ। ਉਸ ਨੇ ਫਿਰ ਟਰੱਕ ਦੇ ਪਿੱਛੋਂ ਬਾਹਰ ਜਿਹੜੀ ਸੀ ਸਾਰਿਆਂ ਨੂੰ ਆਵਾਜ਼ ਮਾਰੀ ਕਿ ਸਾਰੇ ਆਪਣੇ ਹਥਿਆਰ ਥੱਲੇ ਕਰੋ ਅਤੇ ਭਾਈ ਸਾਰੇ ਇੱਕ ਪਾਸੇ ਹੋ ਜਾਓ, ਜਿੰਨੇ ਵੀ ਸੰਗਤ ਦੇ ਪ੍ਰੇਮੀ ਆ ਇਹਨਾਂ ਨੂੰ ਆਦਰ ਸਾਧ ਇੱਕ ਪਾਸੇ ਕਰ ਦਿਓ। ਜਦ ਇੰਨੀ ਗੱਲ ਹੋਈ ਅਤੇ ਜਿਹੜੇ ਫੌਜ ਦੇ ਹੋਰ ਜਵਾਨ ਸੀ ਹੱਕੇ ਬੱਕੇ ਹੋ ਗਏ, ਕਮਾਂਡਰ ਨੂੰ ਕੀ ਹੋ ਗਿਆ। ਉਸ ਤੋਂ ਬਾਅਦ ਦੇਖੋ ਫੌਜੀ ਅਫਸਰ ਕਹਿਣ ਲੱਗਾ ਕਿ ਇੱਦਾਂ ਕਰੋ, ਬੜੇ ਸਤਿਕਾਰ ਦੇ ਨਾਲ ਮੰਜੇ ਉੱਤੇ ਮਹਾਂਪੁਰਖਾਂ ਨੂੰ ਹੇਠਾਂ ਉਤਾਰੋ। ਜਦ ਇੰਨੀ ਗੱਲ ਹੋਈ ਤਾਂ ਫੌਜ ਦੇ ਜਵਾਨ ਜਿਹੜੇ ਸੀ ਹੋਰ ਵੀ ਹੈਰਾਨ ਹੋਏ। ਉਹਨਾਂ ਨੇ ਕਮਾਂਡਰ ਨੂੰ ਪੁੱਛਿਆ ਵੀ ਗੱਲ ਕੀ ਹੈ। ਫਿਰ ਕਮਾਂਡਰ ਕਹਿਣ ਲੱਗਾ ਕਹਿੰਦਾ ਵੀ ਮੈਂ ਤੁਹਾਨੂੰ ਕੀ ਦੱਸਾਂ, ਇਹ ਜਿਹੜੇ ਬਜ਼ੁਰਗ ਬਾਬਾ ਜੀ ਅੰਦਰ ਬੈਠੇ ਇਹ ਹੋਰ ਕੁਛ ਨਹੀਂ, ਇਹ ਖੁਦ ਕ੍ਰਿਸ਼ਨ ਭਗਵਾਨ ਮਹਾਰਾਜ ਆ। ਮੈਂ ਪ੍ਰਤੱਖ ਜਿਹੜੇ ਆ 2 ਮਿੰਟ ਇਹਨਾਂ ਦੇ ਪ੍ਰਤੱਖ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕੀਤੇ। ਜਦ ਇੰਨੀ ਗੱਲ ਹੋਈ ਹੈ ਤਾਂ ਫੌਜ ਦੇ ਜਵਾਨਾਂ ਦੇ ਅੰਦਰ ਜਿਹੜੀ ਸੀ ਸਾਰੀ ਗੱਲ ਇੱਕਦਮ ਖਾਨਿਓਂ ਬਾਹਰ ਨਿਕਲ ਗਈ। ਪਰ ਉਹਦੇ ਵਿੱਚੋਂ ਕੁਛ ਜਿਹੜੇ ਫੌਜ ਦੇ ਜਵਾਨ ਸੀ ਉਹ ਕਹਿਣ ਲੱਗੇ ਕਿ ਅਸੀਂ ਤਾਂ ਆਪ ਨੂੰ ਜੋੜਾ ਲਾਉਂਦੇ ਡਰਾਉਂ ਬੰਧਨ ਕਰਦੇ ਹਾਂ ਟਰੱਕ ਦੇ ਅੰਦਰ ਦੇਖਿਆ, ਪਰ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਇਹ ਤਾਂ ਬੜੀ ਅਜੀਬ ਗੱਲ ਹੈਗੀ। ਪਰ ਉਹ ਕਮਾਂਡਰ ਕਹਿਣ ਲੱਗਾ ਕਿ ਇਹ ਤਾਂ ਪ੍ਰਤੱਖ ਮੇਰੇ ਨਾਲ ਵਾਪਰੀ ਆ। ਇਸ ਕਰਕੇ ਦੇਖੋ ਉਸ ਫੌਜੀ ਕਮਾਂਡਰ ਨੇ ਮਹਾਂਪੁਰਖਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਹੇਠਾਂ ਉਤਾਰਿਆ ਅਤੇ ਆਪਣੀ ਜੀਪ ਦੇ ਮੂਹਰਲੇ ਪਾਸੇ ਬੜੇ ਪਿਆਰ ਦੇ ਨਾਲ ਬਿਠਾ ਲਿਆ। ਉਸ ਤੋਂ ਬਾਅਦ ਇਹ ਜਿਹੜਾ ਫੌਜੀ ਕਮਾਂਡਰ ਸੀਗਾ ਮਹਾਂਪੁਰਖਾਂ ਨੂੰ ਅਤੇ ਸੰਗਤ ਨੂੰ ਲੈ ਕੇ ਆਪਣੇ ਫੌਜੀ ਕੈਂਪ ਵਿੱਚ ਪਹੁੰਚਿਆ। ਉੱਥੇ ਜਾ ਕੇ ਮਹਾਂਪੁਰਖਾਂ ਵਾਸਤੇ ਇੱਕ ਸੁੰਦਰ ਪਲੰਘ ਦਾ ਜਿਹੜਾ ਸੀਗਾ ਉਹਦਾ ਵਿਛੋਣਾ ਕੀਤਾ ਗਿਆ। ਉੱਥੇ ਸੰਤ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਨੂੰ ਜਿਹੜਾ ਸੀਗਾ ਉਸ ਪਲੰਘ ਉੱਤੇ ਮਹਾਂਪੁਰਖਾਂ ਨੂੰ ਬਿਠਾ ਲਿਆ ਅਤੇ ਆਪ ਉਹ ਫੌਜੀ ਕਮਾਂਡਰ ਨੇ ਫਿਰ ਸਾਰੀ ਸੰਗਤ ਨੂੰ ਵਧੀਆ ਚਾਹ ਬਰੈਡ ਅਤੇ ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ ਸੀਗਾ ਉਹ ਲੰਗਰ ਦੇ ਵਿੱਚ ਵਰਤਾਇਆ। ਜਦ ਚਾਹ ਪਾਣੀ ਪਕੌੜੇ ਆਦਿ ਲੰਗਰ 'ਚ ਵਰਤਾਏ ਗਏ ਉਸ ਤੋਂ ਬਾਅਦ ਫਿਰ ਉਹ ਕਮਾਂਡਰ ਜਿਹੜਾ ਸੀਗਾ ਮਹਾਂਪੁਰਖਾਂ ਨੂੰ ਖੁਦ ਆਪਣੀ ਜੀਪ ਦੇ ਵਿੱਚ ਬਿਠਾਲ ਕੇ ਅੱਗੇ ਆਰਮੀਆਂ ਦੀ ਅਤੇ ਪਿੱਛੇ ਆਰਮੀ ਦੀ ਗੱਡੀ ਲਾ ਕੇ ਆਪ ਜਿਹੜਾ ਸੀਗਾ ਗੱਗੋ ਮਹਿਲ ਜਿਸ ਜਗ੍ਹਾ 'ਤੇ ਮਹਾਂਪੁਰਖਾਂ ਨੇ ਪਹੁੰਚਣਾ ਸੀਗਾ ਉਸ ਨਗਰ ਦੇ ਵਿੱਚ ਉਹ ਕਮਾਂਡਰ ਨੇ ਜਿਹੜਾ ਸੀ ਖੁਦ ਪਹੁੰਚਾਇਆ, ਤਾਂ ਜੋ ਰਸਤੇ ਵਿੱਚ ਅਗਰ ਕੋਈ ਫੌਜ ਦਾ ਨਾਕਾ ਜਾਂ ਕੋਈ ਹੋਰ ਨਾਕਾ ਲੱਗਾ ਹੋਵੇ ਤਾਂ ਮਹਾਂਪੁਰਖਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਔਰ ਇਸ ਘਟਨਾ ਤੋਂ ਬਾਅਦ
ਫਿਰ ਉਹ ਜਿਹੜਾ ਫੌਜੀ ਕਮਾਂਡਰ ਸੀਗਾ ਆਪਣੇ ਪਰਿਵਾਰ ਸਮੇਤ ਮਹਾਂਪੁਰਖਾਂ ਦਾ ਪੱਕਾ ਸ਼ਰਧਾਲੂ ਬਣ ਗਿਆ ਸੀਗਾ, ਔਰ ਨਾਲ ਦੇ ਜਿੰਨੇ ਵੀ ਜਿਹੜੇ ਫੌਜੀ ਉਸ ਟਾਈਮ ਇਸ ਡਿਊਟੀ 'ਤੇ ਤੈਨਾਤ ਸੀਗੇ, ਜਿਨ੍ਹਾਂ ਨੇ ਇਹ ਜਿਹੜਾ ਦ੍ਰਿਸ਼ ਦੇਖਿਆ ਸੀਗਾ, ਉਹ ਵੀ ਜਿਹੜੇ ਫੌਜੀ ਜਵਾਨ ਸੀਗੇ ਉਹ ਵੀ ਮਹਾਂਪੁਰਖਾਂ ਦੇ ਸੇਵਕ ਹੋਏ। ਔਰ ਉਸ ਤੋਂ ਬਾਅਦ ਉਹ ਜਿਹੜੇ ਬਾਕੀ ਫੌਜੀ ਜਵਾਨ ਸੀ ਉਹ ਵੀ ਜਿਹੜੇ ਸੀ ਮਹਾਂਪੁਰਖਾਂ ਦੇ ਪਾਸ ਇੱਥੇ ਨਿੱਕੇ ਘੁੰਮਣ ਦਰਸ਼ਨ ਕਰਨ ਵਾਸਤੇ ਆਉਂਦੇ ਰਹੇ ਆ। ਔਰ ਇਸੇ ਤਰ੍ਹਾਂ ਇੱਕ ਵਾਰ ਕੀ ਹੋਇਆ ਸੀਗਾ ਕਿ ਮਹਾਂਪੁਰਖ ਜਿਹੜੇ ਸੀਗੇ ਉਹ ਸੂਏ ਦੇ ਕੰਢੇ ਕੰਢੇ ਕੁਛ ਪ੍ਰੇਮੀ ਜਿਹੜੇ ਸੰਗਤ ਸੀਗੇ ਉਹਨਾਂ ਨਾਲ ਜਾ ਰਹੇ ਸੀ। ਜਾਂਦੇ ਜਾਂਦੇ ਰਸਤੇ ਵਿੱਚ ਮਹਾਂਪੁਰਖ ਸੰਗਤ ਨੂੰ ਕਹਿਣ ਲੱਗੇ, ਕਹਿੰਦੇ ਭਾਈ ਅੱਜ ਕਿਹੜਾ ਦਿਨ ਹੈਗਾ? ਜਦ ਇੰਨੀ ਗੱਲ ਹੋਈ ਸੰਗਤ ਕਹਿਣ ਲੱਗੀ ਕਿ ਮਹਾਂਪੁਰਖੋ ਬਈ ਅੱਜ ਤਾਂ ਆਹ ਦਿਨ ਹੈਗਾ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਇਹ ਗੱਲ ਨਹੀਂ ਹੈ, ਅੱਜ ਇੱਕ ਖਾਸ ਦਿਨ ਆ। ਪਰ ਸੰਗਤ ਜਿਹੜੀ ਸੀ ਉਹ ਕੋਈ ਜਵਾਬ ਨਹੀਂ ਦੇ ਸਕੀ। ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਭਾਈ ਅੱਜ ਕੁੰਭ ਦਾ ਮੇਲਾ ਹੈਗਾ ਅਤੇ ਕੁੰਭ ਦੇ ਮੇਲੇ ਦੇ ਉੱਤੇ ਹਜ਼ਾਰਾਂ ਜਿਹੜੇ ਪ੍ਰਾਣੀ ਹੈਗੇ ਆ ਉਹ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਆ। ਇਸ ਕਰਕੇ ਭਾਈ ਤੁਸੀਂ ਵੀ ਇਸ ਸੂਏ ਦੇ ਵਿੱਚ ਇਸ਼ਨਾਨ ਕਰੋ, ਕਿਉਂਕਿ ਸੂਆ ਨੀਗਾ ਅਸੀਂ 1 ਘੰਟੇ ਵਾਸਤੇ ਗੰਗਾ ਜਿਹੜੀ ਹੈਗੀ ਆ ਇਹ ਆਪਦੇ ਇਸ਼ਨਾਨ ਕਰਨ ਵਾਸਤੇ ਇੱਥੇ ਲਿਆਂਦੀ ਆ। ਜਦ ਇਹ ਵਚਨ ਸੰਗਤ ਨੇ ਸੁਣਿਆ ਸੀ ਤਾਂ ਸੰਗਤ ਹੈਰਾਨ ਹੋਈ ਸੀ, ਹੱਕੀ ਬੱਕੀ ਹੋਈ ਸੀ। ਉਸੇ ਟਾਈਮ ਸਾਰੀ ਸੰਗਤ ਨੇ ਜਿਹੜੇ ਸੀਗੇ ਉਹ ਵਸਤਰ ਤਾਰ ਕੇ ਸੂਏ ਦੇ ਵਿੱਚ ਜਿਹੜੇ ਸੀਗੇ ਉਹ ਜਪਜੀ ਸਾਹਿਬ ਦੇ ਪਾਠ ਕਰਦੇ ਹੋਏ ਜਦ ਇਸ਼ਨਾਨ ਕੀਤਾ ਸੀਗਾ। ਇਹ ਇਸ਼ਨਾਨ ਕਰਕੇ ਫਿਰ ਜਿਹੜੀ ਸੀ ਸਾਰੀ ਸੰਗਤ ਜਿਹੜੀ ਸੀ ਨਿਹਾਲ ਹੋਈ ਸੀ। ਉਹ ਸਭ ਹੈਰਾਨ ਸੀਗੇ ਕਿ ਕਿਵੇਂ ਗੰਗਾ ਕਿੱਥੇ ਜਿਹੜੀ ਉਹ ਵਗਦੀ ਹੈ, ਤਾਂ ਮਹਾਂਪੁਰਖਾਂ ਦੇ ਇੱਕੋ ਹੀ ਆਦੇਸ਼ ਦੇ ਨਾਲ ਕਿਵੇਂ ਗੰਗਾ ਜਿਹੜੀ ਸੀ ਆਪਣੀ ਗੁਪਤ ਮਾਰਗ ਥਾਣੀ ਇਹ ਸੂਏ ਦੇ ਵਿੱਚ ਪ੍ਰਗਟ ਹੋ ਗਈ। ਔਰ ਸਾਰੀ ਸੰਗਤ ਨੂੰ ਇਸ਼ਨਾਨ ਕਰਾ ਕੇ 1 ਘੰਟੇ ਬਾਅਦ ਫਿਰ ਹੀ ਉਸੇ ਰੂਪ ਦੇ ਵਿੱਚ ਵਾਪਸ ਜਿਹੜੀ ਸੀਗੀ ਉਹ ਆਪਣੇ ਅਸਥਾਨ 'ਤੇ ਚਲੇ ਗਈ ਸੀ। ਔਰ ਇਸ ਤਰ੍ਹਾਂ ਇੱਕ ਵਾਰੀ ਕੀ ਹੋਇਆ ਸੀਗਾ ਕਿ ਮਹਾਂਪੁਰਖ ਜਿਸ ਟਾਈਮ ਆਪਣੇ ਇੱਥੇ ਨਿੱਕੇ ਘੁੰਮਣ ਸੰਗਤ ਨੂੰ ਦਰਸ਼ਨ ਦਿੰਦੇ ਹੁੰਦੇ ਸੀ, ਜਿਸ ਦਰੱਖਤ ਦੇ ਥੱਲੇ ਉੱਥੇ ਬਹਿੰਦੇ ਹੁੰਦੇ ਸੀ ਉਹ ਦਰੱਖਤ ਜਿਹੜਾ ਸੀ ਉਹ ਢੇਊ ਦਾ ਸੀਗਾ। ਉਹ ਜਿਹੜਾ ਦਰੱਖਤ ਸੀ ਉਹਦੀ ਛਾਂ ਬੜੀ ਸੰਘਣੀ ਸੀਗੀ। ਪਰ ਇੱਕ ਵਾਰ ਕੀ ਹੋਇਆ ਕਿ ਇੱਕ ਮਾਈ ਉੱਠੀ, ਉਸ ਮਾਈ ਨੇ ਉੱਠ ਕੇ ਨਾ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ, ਕਹਿਣ ਲੱਗੀ ਕਿ ਮਹਾਂਪੁਰਖੋ ਇਸ ਢੇਊ ਦੇ ਦਰੱਖਤ ਦੇ ਥੱਲੇ ਆਪ ਬਹਿੰਦੇ ਆ, ਪਰ ਦਰੱਖਤ ਦੀ ਛਾਂ ਤਾਂ ਬੜੀ ਸੰਘਣੀ ਆ, ਪਰ ਇਹਨੂੰ ਕਦੀ ਢੇਊ ਨਹੀਂ ਲੱਗੇ ਹੈ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਚੁੱਪ ਕਰ ਗਏ। ਉਸ ਤੋਂ ਬਾਅਦ ਜਦੋਂ ਦੁਬਾਰਾ ਉਹਨੇ ਬੇਨਤੀ ਕੀਤੀ ਤਾਂ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮਾਈ ਦੱਸ ਤੂੰ ਕੀ ਆਂਦੀ ਆ? ਉਹ ਕਹਿਣ ਲੱਗੀ ਬਾਬਾ ਜੀ ਵੀ ਇਸ ਢੇਊ ਦੇ ਦਰੱਖਤ ਦੇ ਥੱਲੇ ਆਪ ਆਪਣਾ ਤਖਤ ਪੁੱਛ ਲੈ ਕੇ ਬੈਠੇ ਆ, ਐਡਾ ਵੱਡਾ ਦਰੱਖਤ ਹੈ, ਛਾਂ ਵੀ ਬੜੀ ਸੰਘਣੀ ਆ, ਪਰ ਅੱਜ ਤੱਕ ਇਹਨੂੰ ਢੇਊ ਨਹੀਂ ਲੱਗੇ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਉਹਨੂੰ ਕਹਿਣ ਲੱਗੇ, ਕਹਿੰਦੇ ਬੀਬਾ ਇਸ ਤਰ੍ਹਾਂ ਕਰ, ਤੂੰ ਆਪਣੀ ਰਸਨਾ ਤੋਂ ਇਹ ਗੱਲ ਕਹਿ ਕਿ ਹੇ ਢੇਊ ਤੇਰੇ ਹੇਠਾਂ ਗੁਰੂ ਨਾਨਕ ਦੀ ਸੰਗਤ ਬੈਠੀ ਹੈਗੀ ਆ, ਇਸ ਕਰਕੇ ਤੈਨੂੰ ਢੇਊ ਲੱਗ ਜਾਣ। ਜਦ ਇੰਨੀ ਗੱਲ ਹੋਈ ਤਾਂ ਬੀਬੀ ਜੀ ਜਿਹੜੇ ਸੀਗੇ ਉਹ ਕਹਿਣ ਲੱਗੇ ਮਹਾਂਪੁਰਖਾਂ ਨੂੰ, ਬਾਬਾ ਜੀ ਮੇਰੇ ਕਿਸੇ 'ਤੇ ਢੇਊ ਥੋੜ੍ਹਾ ਲੱਗਣੇ ਆ, ਤੁਸੀਂ ਆਪ ਕਹੋ ਕਿ ਇਹਨੂੰ ਢੇਊ ਲੱਗ ਜਾਣ। ਜਦ ਇੰਨੀ ਗੱਲ ਹੋਈ ਆ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅਸੀਂ ਜੋ ਤੈਨੂੰ ਕਹਿ ਰਹੇ ਹਾਂ ਤੂੰ ਆਪਣੀ ਰਸਨਾ ਤੋਂ ਕਹਿ ਕਿ ਹੇ ਢੇਊ ਤੇਰੇ ਹੇਠ ਬਾਬੇ ਨਾਨਕ ਦੀ ਸੰਗਤ ਬੈਠੀ ਹੋਈ ਆ ਅਤੇ ਤੈਨੂੰ ਢੇਊ ਲੱਗ ਜਾਣ। ਜਦ ਇੰਨੀ ਗੱਲ ਹੋਈ ਤਾਂ ਉਹ ਬੀਬੀ ਜੀ ਦੇ ਮਨ ਦੇ ਵਿੱਚ ਮਹਾਂਪੁਰਖਾਂ ਦੇ ਪ੍ਰਤੀ ਬੜਾ ਪ੍ਰੇਮ ਆਇਆ ਸੀਗਾ। ਫਿਰ ਉਸ ਨੇ ਉਸੇ ਹੀ ਢੇਊ ਦੇ ਦਰੱਖਤ ਦੇ ਅੱਗੇ ਜਿਹੜੀ ਸੀ ਇਹ ਬੇਨਤੀ ਕੀਤੀ, ਕਹਿਣ ਲੱਗੀ, ਕਹਿੰਦੀ ਹੇ ਢੇਊ ਤੇਰੇ ਹੇਠ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ ਅਤੇ ਤੈਨੂੰ ਢੇਊ ਲੱਗ ਜਾਣ। ਦੇਖੋ ਮਹਾਂਪੁਰਖਾਂ ਨੇ ਸੰਗਤ ਦੀ ਗੱਲ ਕੀਤੀ ਸੀ ਅਤੇ ਇਸ ਬੀਬੀ ਨੇ ਬਾਬਾ ਜੀ ਦੇ ਪਿਆਰ ਵਜੋਂ ਕਿਹਾ ਤਾਂ ਸੀਗਾ ਕਿ ਤੇਰੇ ਹੇਠਾਂ ਧੰਨ ਗੁਰੂ ਨਾਨਕ ਸਾਹਿਬ ਬੈਠੇ ਆ ਅਤੇ ਤੈਨੂੰ ਢੇਊ ਲੱਗ ਜਾਣ। ਜਦੋਂ ਜਿਹੜੇ ਸੀਗੇ ਇਹ ਬਚਨ ਉਹਨਾਂ ਟਾਈਮਾਂ ਦੇ ਵਿੱਚ ਉਸ ਬੀਬੀ ਨੇ ਕੀਤੇ ਸੀ ਤਾਂ ਸਾਰੀ ਸੰਗਤ ਦੇ ਵਿੱਚ 2 ਫੌਜੀ ਜਵਾਨ ਵੀ ਬੈਠੇ ਹੋਏ ਸੀ, ਜਿਨ੍ਹਾਂ ਦੀ ਡਿਊਟੀ ਉਹਨਾਂ ਟਾਈਮਾਂ ਦੇ ਵਿੱਚ ਸ਼ਨੀ ਨਗਰ ਵੱਲ ਜਿਹੜੀ ਸੀ ਉਹ ਲੱਗੀ ਹੋਈ ਸੀ। ਇਹ ਜਿਹੜੇ ਫੌਜੀ ਜਵਾਨ ਸੀ ਮਨ ਵਿੱਚ ਇੱਕ ਦੂਜੇ ਵੱਲ ਦੇਖਣ ਕਿ ਭਾਈ ਇਹ ਮਾਈ ਨੇ ਵੀ ਜਿਹੜਾ ਇਹ ਗੱਲ ਕਹਿ ਦਿੱਤੀ ਆ ਅਤੇ ਵੀ ਇਹਨੂੰ ਢੇਊ ਲੱਗੀ, ਸਾਡੀ ਅੱਖਾਂ ਦੇ ਸਾਹਮਣੇ ਪ੍ਰਤੱਖ ਘਟਨਾ ਹੋਈ ਆ। ਪਰ ਸ਼੍ਰੀਨਗਰ ਦੇ ਵਿੱਚ ਉੱਥੇ ਇਹ ਢੇਊ ਦੇ ਦਰੱਖਤ ਬਹੁਤ ਜ਼ਿਆਦਾ ਹੈਗੇ, ਉਹਨਾਂ ਨੂੰ ਜਦ ਰੁੱਤ ਆਉਂਦੀ ਆ ਤਾਂ ਉਸ ਟਾਈਮ ਢੇਊ ਲੱਗਦੇ ਆ। ਪਰ ਅਸੀਂ ਦੇਖਣਾ ਹੈਗਾ ਕਿ ਕੀ ਇਹ ਮਹਾਂਪੁਰਖਾਂ ਦਾ ਬਚਨ ਸੱਚ ਹੈਗਾ, ਇਸ ਦਰੱਖਤ ਨੂੰ ਵੀ ਜਦ ਰੁੱਤ ਢੇਊ ਹੁੰਦੀ ਆਊਗੀ ਤਾਂ ਇਹਨੂੰ ਜ਼ਰੂਰ ਲੱਗਣਗੇ। ਉਸ ਤੋਂ ਬਾਅਦ ਇਸ ਪਰਖਣ ਵਾਸਤੇ ਇਹ ਜਿਹੜੇ ਦੋਨੇ ਫੌਜੀ ਜਵਾਨ ਸੀਗੇ ਇਹ ਜਦ ਛੁੱਟੀ ਕੱਟ ਕੇ ਸ਼੍ਰੀਨਗਰ ਗਏ ਸੀ ਅਤੇ ਇਹਨਾਂ ਦੇ ਮਨ ਦੇ ਵਿੱਚ ਇਹ ਜਿਹੜਾ ਸਵਾਲ ਸੀਗਾ ਇਹ ਹਮੇਸ਼ਾ ਰਹਿੰਦਾ ਸੀਗਾ। ਉਹਨਾਂ ਟਾਈਮਾਂ ਦੇ ਵਿੱਚ ਜਦ ਦੁਬਾਰਾ ਜਿਹੜੀ ਸੀ ਢੇਊ ਲੱਗਣ ਦੀ ਬਹਾਰ ਆਈ ਅਤੇ ਸ਼੍ਰੀਨਗਰ ਦੇ ਜਿਹੜੇ ਢੇਊਆਂ ਦੇ ਦਰੱਖਤ ਸੀ ਜਦ ਉਹਨਾਂ ਨੂੰ ਢੇਊ ਲੱਗਣੇ ਸ਼ੁਰੂ ਹੋਏ ਅਤੇ ਇਹਨਾਂ ਦੀ ਜਿਹੜੀ ਸੀਗੀ ਦੇਖਣ ਦੀ ਚਾਹਨਾ ਜਵਾਨਾਂ ਦੀ ਵਧੀ ਅਤੇ ਇਹਨਾਂ ਨੇ ਜਿਹੜੇ ਸੀਗਾ ਫਟਾਫਟ ਨਿੱਕੀ ਘੁੰਮਣ ਆਉਣ ਦੀ ਜਿਹੜੀ ਸੀਗੀ ਲਾਲਸਾ ਉਹ ਇੰਨੀ ਜ਼ਿਆਦਾ ਇਹਨਾਂ ਦੇ ਅੰਦਰ ਉਤਪੰਨ ਹੋਈ ਆ ਕਿ ਇਹਨਾਂ ਨੇ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਸਾਨੂੰ ਐਮਰਜੈਂਸੀ ਛੁੱਟੀ ਚਾਹੀਦੀ ਹੈ।
खैर इन्हां ने आने बहाने करके जिमें किमें भी दोनों ने जब छुट्टी लई, छुट्टी लैण तो बाद फिर ये जिहड़े दोने जवान सी फिर निक्के घूमण आए। जद आए तो बाबा जी फिर उस ही ढेऊ के दरख्त के हेठां जिहड़ा सी अपना तख्त पोछते बैठे हुए सी। तो कुछ प्रेमी जिहड़े सी वो मोहरे जिहड़े सी वो महापुरखां दे कोल बैठे गुरबाणी सरवण कर रहे सी। पर जो ही ये जवान जिहड़े सीगे इस ढेऊ के दरख्त के हेठां आए तो बाबा जी वाल तो घट देखण ते उस ढेऊ के दरख्त वाल ज़्यादा देखण। जद की नज़र मारी की देखा, वो जिहड़ा ढेऊ का सारा दरख्त सीगा उन्होंने बड़े मोटे मोटे जिहड़े उन्होंने टाइम च ढेऊ लगे हुए सी। ये जिहड़े दोने जवान सीगे हक्के बक्के रह गए तो मन में सोचन भी श्रीनगर के जिहड़े ये दरख्त ढेऊआं दे हैगे उन्होंने तो छोटे छोटे लगे, पर इत्थे देखो किड्डे किड्डे बड़े जिहड़े मोटे ढेऊ जिहड़े इस दरख्त नूं लगे तो सारा जिहड़ा दरख्त ढेऊ दा हैगा ये भरिया होया हैगा। तो ऐसी प्रतख कला दे के ये जिहड़े फौजी दोने जवान सगे है ना ये हक्के बक्के रह गए थे। और इस तरह एक बार की होया सगा कि एक बीबी जिहड़ी सी वो महापुरखां दे पास आई। जब बाबा जी के पास आई तो बाबा जी ने कहण लगी कि बाबा जी मेरी एक समस्या हैगी आ ते तुसीं है ना मेरी ये समस्या कि दूर हो जाए ये वास्ते तुसीं अरदास करो। जब इन्नी गल हुई तो बाबा जी उन्होंने कहण लगे कहंदे भाई मैनू ये दस कि जदों द्रौपदी के उत्ते संकट आया सगा तो उन्हें किहदे पासों अरदास कराई सीगी? उन्हें भी तो आप ही खुद अरदास की सीगी। इस करके अगर तेरी समस्या है तो तुम भी खुद अरदास धन गुरु ग्रंथ साहब महाराज दे अगे कर, हो सकता गुरु नानक साहब भली कर देणगे। जद ये वचन महापुरखा ने किया सगा तो फिर वो जिहड़ी बीबी सी है ना फिर चुप कर गई। इस तरह एक बार की होया सगा, एक बीबी है ना महापुरखा के वास्ते बहुत सोहना वस्त्र बना के लैके आई। जदों ये बीबी बहुत सोहना वस्त्र बना के लैके आई तो इन्हें है ना बाबा जी के अगे जिहड़े सी वस्त्र रख के बेनती की, कहण लगे महापुरखो मैं आप जी के वास्ते बड़ा सुंदर कुर्ता लिआंदा हैगा ते ये जिहड़ी उन्न हैगी आ ना इस कुर्ते की कताई जिहड़ी मैं खुद हत्थीं कीती, हत्थीं बनाया है तो एक खद्दर दा कुर्ता आप जी के वास्ते बड़ा भेटा करदी आं। जब इन्नी गल हुई तो बाबा जी उन्होंने कहण लगे कहंदे तू मैनूं ये दस भी मैं कुर्ता की करना सीगा, मैं तैनूं कद कहा सी तू मेरे वास्ते कुर्ता लैके आ। जब इन्नी गल हुई तो बीबी जी ने फिर दोबारा हाथ जोड़े कहण लगे महापुरखो मेरी शरधा सीगी, मेरे अंदर ये मंग सीगी कि मैं आप जी के प्रति कुर्ता लैके आवां। तो बाबा जी कहण लगे तैनूं कुर्ता लियाउण दी वैसे कोई जरूरत नहीं सी क्योंकि असीं भी तां कपड़े पाए होए आ, फिर भी तू साडे वास्ते कुर्ता लैके आई। वो कहण लगी कि महापुरखो मेरे मन की तमन्ना सीगी तुसीं स्वीकार करो। जब ये गल की तो बाबा जी जिहड़े सी कुछ टाइम वास्ते चुप कर गए। चुप करन तो बस बीबी नूं कहंदे चल ठीक आ तू इस तरह कर है ना, अगर कुर्ता लिआंदा हैगा तो मैनूं कैंची भी लैके दे। जब इन्नी गल हुई तो वह माई ने जिहड़ी सीगी एक कैंची लिया के महापुरखां दे हत्थ ते रख दित्ती। तो महापुरखां ने उस टाइम जिहड़ा कुर्ता सगा ना पिछों जिहड़ा सगा वो कैंची दे नाल कट छड्डिया। जद कैंची ना कटिया तो माई हकी बकी हो गई, कोल जिहड़ी बैठी संगत सी भी बड़ी हैरान हुई भी नवां कुर्ता महापुरखां ने कैंची ना किवें कट दिता हैगा। उस तो बाद बाबा जी ने जिहड़ी सीगी वो सूई धागा मंगाया तो आप ही वो जिहड़ा कटिया कुर्ता सगा उहदी सीन लाउणी शुरू कर दी। जद हत्थ दे नाल महापुरखां ने पूरा तोपा लाया तो सारी संगत महापुरखां दे अंदर एक की घटना वापर रही आ सारी देख रही सी। पर जो ही वो तोपा ला के महापुरखां ने उहदा जिहड़ा कुर्ता सगा सड़ाई दे विच अपने हत्थी पूरा कीता। उस तो बाबा जी कहण लगे कहंदे हाँ हुण ठीक है, हुण असीं इहनूं पहन सकदे हां। सो कहण तो बाब ये है कि महापुरख जिहड़े वस्त्र हुंदे सीगे है ना वो वस्त्र खास करके वो पहनदे हुंदे सीगे जिन्हां वस्त्रां दे विच गरीबी दी झलक होवे ते जिथे गरीबी दी झलक है उत्थे परमेश्वर जिहड़ा है चित्त आ जांदा। जिथे परमेश्वर चित्त आ जांदा है उत्थे परमेश्वर दा प्यार प्रेम शरधा ते उस परमेश्वर दा सारा कुछ उस जगह आ जांदा है जिथे परमेश्वर जिहड़ा है चित्त आ जांदा। सो कहण तो भाव इह आ कि महापुरख बाबा हजारा सिंह हुणां ने अपने जीवन दे विच एडी भारी सादगी रखी है कि शायद कोई जिहड़ा संत महापुरख आ जिन्हां ने अपने जीवन दे विच इहो जिही सादगी अपने जीवन दे विच अपनाई होवे। सो दास इन्ने ही वचन महापुरखां दे आप सारियां संगतां नाल साझा करदा होया खिमा दा जाचको आ जी होइयां बेअंत भुलां चुकां दी खिमा बख्शणी। सो फतेह बुलाओ। वाहिगुरू जी का खालसा वाहिगुरू जी की फतेह।